ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੀਆਰ ਵਿੱਚ ਕੀਤੇ ਵੱਡੇ ਬਦਲਾਵ, ਜਾਣੋ ਕਿਸ ਨੂੰ ਮਿਲੇਗਾ ਇਸ ਨਾਲ ਫਾਇਦਾ। ਘਰਾਂ ਦੀ ਸੇਲ ਹੋਈ ਘੱਟ, 46% ਦੀ ਕਮੀ ਕੀਤੀ ਗਈ ਦਰਜ। ਯੂਕੇ 'ਚ ਫਿਰ ਫੈਲਿਆ ਕਰੋਨਾ, ਕੈਨੇਡਾ ਵਾਸਤੇ ਖਤਰੇ ਦੀ ਘੰਟੀ। ਟਰੂਡੋ ਨੇ ਕੀਤਾ $300 ਮਿਲੀਅਨ ਦਾ ਐਲਾਨ, ਹੁਰੀਕੇਨ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਮਦਦ। ਪੀਆਰ ਸੰਬੰਧੀ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਬਦਲਾਵ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਦੀ ਵਾਸਤੇ ਪੀਆਰ ਦੇ ਵਿੱਚ ਜੋ ਰੋਕ ਲਗਾਈ ਗਈ ਸੀ ਉਸ ਨੂੰ ਹਟਾਇਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਵੀ ਪੀਆਰ ਹਾਸਲ ਕਰਨ ਦਾ ਮੌਕਾ ਮਿਲ ਸਕੇ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਵੀ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਹੁਣ ਕਿਹਨਾਂ ਵਾਸਤੇ ਪੀਆਰ ਦੇ ਰਾਹ ਖੋਲੇ ਜਾ ਰਹੇ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਪੀਆਰ ਸੰਬੰਧੀ ਕੈਨੇਡਾ ਵੱਲੋਂ ਕੁਝ ਬਦਲਾਵ ਕੀਤੇ ਜਾ ਰਹੇ ਨੇ, ਜਿਸ ਬਾਰੇ IRCC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। IRCC ਦਾ ਕਹਿਣਾ ਹੈ ਕਿ ਫਿਜ਼ੀਸ਼ੀਅਨਸ ਵਾਸਤੇ ਪੀਆਰ ਦੇ ਵਿੱਚ ਜਿਹੜੇ ਰੋਕ ਹੈ ਉਸ ਨੂੰ ਹੁਣ ਹਟਾਇਆ ਜਾ ਰਿਹਾ ਹੈ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪੀਆਰ ਦੇ ਵਿੱਚ ਜੋ ਫਿਜ਼ੀਸ਼ੀਅਨਸ ਵਾਸਤੇ ਰੋਕਾਂ ਲਗਾਈਆਂ ਗਈਆਂ ਸਨ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ। ਦੱਸੀਏ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਹੈਲਥ ਕੇਅਰ ਵਰਕਰਸ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਦੇ ਵਿੱਚ ਇਸ ਨਾਲ ਜੁੜਿਆ ਹੋਇਆ ਜੌਬ ਵੈਕੈਂਸੀ ਰੇਟ 6% ਦਾ ਦੱਸਿਆ ਜਾ ਰਿਹਾ ਹੈ। IRCC ਵੱਲੋਂ ਇੱਕ ਅੰਕੜਾ ਵੀ ਪੇਸ਼ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਹਰ 4 ਦੇ ਵਿੱਚੋਂ ਇੱਕ ਹੈਲਥ ਕੇਅਰ ਵਰਕਰ ਜੋ ਕੈਨੇਡਾ ਵਿੱਚ ਹੈ ਉਹ ਇਮੀਗ੍ਰੈਂਟ ਹੈ। ਇਸ ਵਿੱਚ 36% ਫਿਜ਼ੀਸ਼ੀਅਨਸ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਅੰਕੜੇ ਤੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 5 ਲੱਖ ਦੇ ਕਰੀਬ ਵਰਕਰਸ ਜਿਹੜੇ ਕਿ ਹੈਲਥ ਕੇਅਰ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀ ਉਮਰ 55 ਸਾਲ ਜਾਂ ਫਿਰ ਇਸ ਤੋਂ ਵੱਧ ਹੈ। IRCC ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੀਆਰ ਦੇ ਪ੍ਰੋਗਰਾਮ ਦੇ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ। ਇਹ ਕਦਮ ਉਹਨਾਂ ਵੱਲੋਂ ਕਾਫੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਜਾ ਰਿਹਾ ਹੈ। ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਹੇਠਾਂ ਜਾ ਰਹੀਆਂ ਨੇ, ਇਸ ਦੇ ਬਾਵਜੂਦ ਵੀ ਲੋਕ ਜ਼ਿਆਦਾ ਘਰ ਨਹੀਂ ਖਰੀਦ ਰਹੇ। ਇਸ ਬਾਰੇ ਸਮੇਂ-ਸਮੇਂ ਦੇ ਉੱਪਰ ਸਰਵੇ ਤਾਂ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਇੱਕ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਘਰਾਂ ਦੀ ਸੇਲ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 46% ਘੱਟ ਹੋਈ ਹੈ ਤੇ ਪਿਛਲੇ ਮਹੀਨੇ ਦੇ ਮੁਕਾਬਲੇ ਵੀ ਅੰਕੜਾ ਘੱਟ ਦੱਸਿਆ ਗਿਆ। ਚਾਹੇ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਕਾਫੀ ਹੇਠਾਂ ਆ ਚੁੱਕੀਆਂ ਨੇ, ਇਸ ਦੇ ਬਾਵਜੂਦ ਵੀ ਘਰਾਂ ਦੀ ਸੇਲ ਘੱਟਦੀ ਹੀ ਦਿਖਾਈ ਦੇ ਰਹੀ ਹੈ। ਵੈਨਕੂਵਰ ਦੇ ਵਿੱਚ ਘਰਾਂ ਦੀ ਸੇਲ ਪਿਛਲੇ ਸਾਲ ਸਤੰਬਰ ਮਹੀਨੇ ਦੇ ਮੁਕਾਬਲੇ 46% ਹੇਠਾਂ ਆਈ ਤੇ ਅਗਸਤ ਮਹੀਨੇ ਦੀ ਤੁਲਨਾ ਦੇ ਵਿੱਚ ਇਹ 10% ਘੱਟ ਦੱਸੀ ਗਈ ਹੈ। ਜੀ ਹਾਂ, ਦ ਰੀਅਲ ਏਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਤੰਬਰ ਮਹੀਨੇ ਘਰਾਂ ਦੀ ਸੇਲ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 46% ਘੱਟ ਦਰਜ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੇ ਅੰਕੜੇ ਦੱਸਦੇ ਨੇ ਕਿ ਇੱਕ ਮਹੀਨੇ ਦੇ ਵਿੱਚ 1687 ਘਰ ਸੇਲ ਕੀਤੇ ਗਏ ਤੇ ਅਗਸਤ ਮਹੀਨੇ ਦੇ ਵਿੱਚ ਇਹ ਅੰਕੜਾ 1870 ਦਾ ਸੀ। ਮੌਜੂਦਾ ਸਮੇਂ ਲਿਸਟਡ ਘਰਾਂ ਦੀ ਗਿਣਤੀ 9971 ਦੱਸੀ ਗਈ ਹੈ, ਜੋ ਕਿ ਸਤੰਬਰ 2021 ਦੀ ਤੁਲਨਾ ਦੇ ਵਿੱਚ 8% ਵੱਧ ਦੱਸੇ ਗਏ ਨੇ। ਜ਼ਿਕਰਯੋਗ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਕਈ ਵਾਰ ਇੰਟਰਸਟ ਰੇਟ ਵਿੱਚ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਘਰਾਂ ਦੀ ਸੇਲ ਦੇ ਉੱਪਰ ਵੀ ਇਸ ਦਾ ਅਸਰ ਦਿਖਾਈ ਦਿੱਤਾ। ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਘਰਾਂ ਦੀ ਸੇਲ ਲਗਾਤਾਰ ਘੱਟ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਯੂਕੇ ਦੇ ਵਿੱਚ ਕਰੋਨਾ ਵਾਇਰਸ ਦਾ ਫੈਲਾਅ ਹੋਇਆ ਤੇ ਕੈਨੇਡਾ ਵਾਸਤੇ ਖਤਰੇ ਦੀ ਘੰਟੀ ਹੈ। ਜੀ ਹਾਂ, ਪਹਿਲਾਂ ਵੀ ਇਹ ਨਜ਼ਰ ਆ ਰਿਹਾ ਸੀ ਕਿ ਯੂਕੇ ਦੇ ਵਿੱਚ ਜਿਸ ਵੇਲੇ ਕਰੋਨਾ ਵਾਇਰਸ ਦੇ ਮਾਮਲੇ ਵਧੇ, ਨਵੀਂ ਲਹਿਰ ਦੀ ਸ਼ੁਰੂਆਤ ਹੋਈ ਤਾਂ ਕੈਨੇਡਾ ਵਿੱਚ ਵੀ ਇਸ ਦਾ ਅਸਰ ਕੁਝ ਹਫ਼ਤਿਆਂ ਦੌਰਾਨ ਦੇਖਣ ਨੂੰ ਮਿਲਿਆ। ਹੁਣ ਜਿਵੇਂ ਹੀ ਇੱਕ ਵਾਰ ਫਿਰ ਤੋਂ ਵਾਇਰਸ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਮਾਹਰਾਂ ਵੱਲੋਂ ਕੈਨੇਡਾ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਯੂਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲੇ ਵੱਧ ਹੋਏ ਨੇ ਤੇ ਇਹ ਕੈਨੇਡਾ ਵਾਸਤੇ ਇੱਕ ਬੁਰਾ ਸਾਈਨ ਦੱਸਿਆ ਜਾ ਰਿਹਾ ਹੈ। ਜੀ ਹਾਂ, ਯੂਕੇ ਦੇ ਵਿੱਚ ਕਰੋਨਾ ਵਾਇਰਸ ਦੀ ਨਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ। ਜਦੋਂ ਯੂਕੇ ਦੇ ਵਿੱਚ ਕਰੋਨਾ ਦੇ ਮਾਮਲੇ ਵਧਦੇ ਨੇ ਤਾਂ ਇਸ ਦਾ ਅਸਰ ਕੈਨੇਡਾ ਵਿੱਚ ਵੀ ਕੁਝ ਹਫ਼ਤਿਆਂ ਅੰਦਰ ਹੀ ਦੇਖਣ ਨੂੰ ਮਿਲਦਾ ਹੈ। ਓਨਟਾਰੀਓ ਸੂਬੇ ਵਿੱਚ ਜੁਲਾਈ ਮਹੀਨੇ 7ਵੀਂ ਕਰੋਨਾ ਦੀ ਲਹਿਰ ਸ਼ੁਰੂ ਹੋਈ, ਜਿਸ ਪਿੱਛੇ ਓਮਿਕਰੌਨ ਦੇ ਨਵੇਂ ਸਬ ਵੇਰੀਐਂਟ ਨੂੰ ਵੱਡਾ ਕਾਰਨ ਮੰਨਿਆ ਗਿਆ। ਇਹ ਜਾਣਕਾਰੀ ਓਨਟਾਰੀਓ ਚੀਫ ਮੈਡੀਕਲ ਆਫਿਸਰ ਵੱਲੋਂ ਸਾਂਝੀ ਕੀਤੀ ਗਈ। ਹੁਣ ਇਸ ਸੂਬੇ ਵੱਲੋਂ ਲਗਭਗ ਸਾਰੀਆਂ ਕਰੋਨਾ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਜੋ ਇਸ ਸਮੇਂ ਇੱਥੇ ਕਰੋਨਾ ਦੀ ਲਹਿਰ ਦੇਖਣ ਨੂੰ ਮਿਲੀ ਉਹ ਬਿਲਕੁਲ ਯੂਰਪ ਤੇ ਯੂਕੇ ਵਾਂਗ ਸੀ। ਇੱਥੇ ਵੀ ਉਸੇ ਤਰ੍ਹਾਂ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦਿੱਤੇ। ਹੁਣ ਯੂਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਵਾਇਰਸ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਯੂਕੇ ਦੇ ਵਿੱਚ ਹੈਲਥ ਸਿਸਟਮ ਦੇ ਉੱਪਰ ਵੀ ਪ੍ਰਭਾਵ ਪੈ ਰਿਹਾ ਹੈ, ਜਿੱਥੇ ਸਟਾਫ ਦੀ ਕਮੀ ਵੀ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਹੀ ਸਥਿਤੀ ਬਣੀ ਹੋਈ ਹੈ।
ਇਸ ਤੋਂ ਇਲਾਵਾ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗੱਲ ਕਹੀ ਜਾ ਰਹੀ ਹੈ ਕਿ ਫਲੂ ਸ਼ਾਟਸ ਹਰ ਕੋਈ ਜ਼ਰੂਰ ਲਗਵਾਵੇ। ਐਕਸਪਰਟਸ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦੇ ਰਹੇ ਨੇ ਕਿ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਵੇ ਤੇ ਬਾਕੀ ਹੈਲਥ ਗਾਈਡਲਾਈਨਸ ਦੀ ਪਾਲਣਾ ਕੀਤੀ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਾਹਤ ਦਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ $300 ਮਿਲੀਅਨ ਦੀ ਰਾਹਤ ਐਲਾਨੀ ਗਈ ਹੈ। ਹੁਰੀਕੇਨ ਦਾ ਜੋ ਅਸਰ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲਿਆ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਫਿਓਨਾ ਚੱਕਰਵਾਤ ਵੱਲੋਂ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਜੋ ਤਬਾਹੀ ਮਚਾਈ, ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਾਹਤ ਦਾ ਐਲਾਨ ਕੀਤਾ ਗਿਆ। ਟਰੂਡੋ ਵੱਲੋਂ ਚੱਕਰਵਾਤ ਪ੍ਰਭਾਵਿਤ ਐਟਲਾਂਟਿਕ ਕੈਨੇਡੀਅਨਸ ਵਾਸਤੇ 300 ਮਿਲੀਅਨ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਦੱਸੀਏ ਕਿ ਨੋਵਾ ਸਕੋਸ਼ੀਆ ਵਿੱਚ ਅਜੇ ਵੀ 20,000 ਘਰਾਂ ਦੀ ਬਿਜਲੀ ਠੱਪ ਹੈ। ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਫਿਓਨਾ ਚੱਕਰਵਾਤ ਤੋਂ ਜੋ ਨੁਕਸਾਨ ਹੋਇਆ, ਉੱਥੇ ਜੂਝ ਰਹੇ ਐਟਲਾਂਟਿਕ ਖਿੱਤੇ ਦੇ ਕੈਨੇਡੀਅਨਸ ਦੀ ਮਦਦ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ $300 ਮਿਲੀਅਨ ਦੇ ਰਿਕਵਰੀ ਫੰਡ ਦਾ ਐਲਾਨ ਕੀਤਾ। ਹੈਲੀਫੈਕਸ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ, ਜਿੱਥੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਰਾਸ਼ੀ ਨੂੰ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਅਗਲੇ 2 ਸਾਲਾਂ ਅੰਦਰ ਵੰਡਿਆ ਜਾਵੇਗਾ ਤੇ ਨਾਲ ਹੀ ਲੰਬੇ ਸਮੇਂ ਦੇ ਰਿਕਵਰੀ ਯਤਨਾਂ ਵਿੱਚ ਵੀ ਮਦਦ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੌਰਾਨ ਪ੍ਰਭਾਵਿਤ ਇਲਾਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਦੱਸ ਦਈਏ ਕਿ ਫਿਓਨਾ ਚੱਕਰਵਾਤ ਦੇ 10 ਦਿਨ ਬੀਤ ਜਾਣ ਤੋਂ ਬਾਅਦ ਵੀ ਨੋਵਾ ਸਕੋਸ਼ੀਆ ਵਿੱਚ ਹਜ਼ਾਰਾਂ ਘਰ ਅਜੇ ਵੀ ਬਿਜਲੀ ਸੇਵਾਵਾਂ ਤੋਂ ਵਾਂਝੇ ਹਨ, ਜਿੱਥੇ ਬਿਜਲੀ ਵਾਪਸ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਵੱਲੋਂ ਦੱਸਿਆ ਕਿ ਪ੍ਰੋਵਿੰਸ ਵਿੱਚ ਅਜੇ ਵੀ 20,000 ਤੋਂ ਵੱਧ ਘਰਾਂ ਵਿੱਚ ਬਿਜਲੀ ਠੱਪ ਹੈ ਤੇ ਬਹੁਤਿਆਂ ਦੀ ਤਾਂ ਲੰਘੇ ਵੀਕਐਂਡ ਹੀ ਬਿਜਲੀ ਬਹਾਲ ਹੋ ਗਈ ਸੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਕੰਟਰੋਲ ਵਰਗੇ ਕਾਰਜਾਂ ਵਾਸਤੇ ਵਧੇਰੇ ਫੌਜੀ ਮਦਦ ਦੇਣ ਨਾਲ ਬਿਜਲੀ ਕਰਮਚਾਰੀਆਂ ਦੀ ਉਪਲਬਧਤਾ ਵੱਧ ਜਾਵੇਗੀ ਤੇ ਬਿਜਲੀ ਸੇਵਾਵਾਂ ਦੀ ਬਹਾਲੀ ਤੇਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਰੱਖਿਆ ਮੰਤਰੀ ਅਨੀਤਾ ਆਨੰਦ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ 850 ਫੌਜੀ ਤਾਇਨਾਤ ਕੀਤੇ ਗਏ ਨੇ। ਸਪੋਕਸਪਰਸਨ ਦਾ ਕਹਿਣਾ ਹੈ ਕਿ ਲੋੜ ਮੁਤਾਬਕ ਫੌਜ ਦੇ ਮੈਂਬਰਾਂ ਦੀ ਤਾਇਨਾਤੀ ਕੀਤੀ ਜਾਂਦੀ ਰਹੇਗੀ ਤੇ ਜਦੋਂ ਤੱਕ ਅਹਿਮ ਸੇਵਾਵਾਂ ਬਹਾਲ ਨਹੀਂ ਹੁੰਦੀਆਂ ਉਦੋਂ ਤੱਕ ਫੌਜੀ ਮਦਦ ਇੱਥੇ ਜਾਰੀ ਰਹਿਣ ਵਾਲੀ ਹੈ। ਇੱਥੋਂ ਲਗਾਤਾਰ ਪ੍ਰਭਾਵਿਤ ਇਲਾਕਿਆਂ ਦੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ। The federal government is announcing the new $300 million Hurricane Fiona Recovery Fund. This fund will be administered through Atlantic Canada Opportunities Agency, ACOA, and Développement Économique Canada pour les régions du Québec, DEC, as well as other federal departments. This funding will support projects to repair and rebuild storm-damaged critical infrastructure such as wharves, support the cleanup of fishing gear so that boats and marine life can once again safely navigate these waters, of course help local businesses and communities rebuild and recover. We know that it will take time to rebuild, but the community support and the strength and, as Darren put it, the resilience of Atlantic Canadians is well known. These are communities where people look out for each other, where people step up for each other, where we're there to help each other out. And I can tell you, Canadians from coast to coast to coast are worried about their fellow Canadians here in Atlantic Canada, and will continue to step up and support, because the community support that I've witnessed here on the East Coast gives me not just hope but assurance that everything will be done to build back even stronger. You're doing what Canadians have always done, helping each other out, and the federal government will be there. ਕਿਊਬੈਕ ਦੇ ਵਿੱਚ ਚੋਣਾਂ ਹੋਈਆਂ ਤੇ ਚੋਣ ਨਤੀਜਿਆਂ ਤੋਂ ਬਾਅਦ CAQ ਪਾਰਟੀ ਦੀ ਜਿੱਤ ਹੋਈ ਹੈ। ਦੂਸਰੀ ਵਾਰ ਲਗਾਤਾਰ ਇਹ ਪਾਰਟੀ ਸੱਤਾ ਦੇ ਵਿੱਚ ਆਈ ਹੈ। ਪ੍ਰੀਮੀਅਰ ਵੱਲੋਂ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਹੁਣ ਚੋਣ ਨਤੀਜੇ ਜੋ ਸਾਹਮਣੇ ਆਏ ਨੇ ਉਹਨਾਂ ਤੋਂ ਪਤਾ ਚੱਲਦਾ ਹੈ ਕਿ ਲਿਬਰਲ ਸਰਕਾਰ ਮੁੱਖ ਵਿਰੋਧੀ ਪਾਰਟੀ ਇੱਥੇ ਬਣੇਗੀ। ਕਿਊਬੈਕ ਦੇ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ CAQ ਪਾਰਟੀ ਵੱਲੋਂ ਬਾਜ਼ੀ ਮਾਰੀ ਗਈ ਹੈ। ਇੱਥੇ ਮੁੜ ਤੋਂ ਇਸ ਪਾਰਟੀ ਵੱਲੋਂ ਭਾਰੀ ਬਹੁਮਤ ਦੇ ਨਾਲ ਜਿੱਤ ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਹੁਣ ਮੁੱਖ ਵਿਰੋਧੀ ਪਾਰਟੀ ਹੋਵੇਗੀ। ਜੀ ਹਾਂ, ਕਾਲੀਜਨ ਐਵੀਨੀਅਰ ਕਿਊਬੈਕ ਵੱਲੋਂ ਕਿਊਬੈਕ ਦੀਆਂ ਸੂਬਾਈ ਚੋਣਾਂ ਦੇ ਵਿੱਚ ਜ਼ਬਰਦਸਤ ਬਹੁਮਤ ਦੇ ਨਾਲ ਮੁੜ ਤੋਂ ਜਿੱਤ ਦਰਜ ਕਰਵਾਈ ਗਈ। ਦੱਸੀਏ ਕਿ 1999 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਸੇ ਪਾਰਟੀ ਦੀ ਝੋਲੀ ਵੱਡੀ ਗਿਣਤੀ ਦੇ ਵਿੱਚ ਸੀਟਾਂ ਪਈਆਂ ਹੋਣ। ਕਿਊਬੈਕ ਦੀ ਨੈਸ਼ਨਲ ਅਸੈਂਬਲੀ ਵਿੱਚ ਬਹੁਮਤ ਵਾਸਤੇ 63 ਸੀਟਾਂ ਦੀ ਜ਼ਰੂਰਤ ਸੀ ਤੇ CAQ 76 ਸੀਟਾਂ ਦੇ ਲਕਸ਼ ਰੱਖ ਕੇ ਚੋਣ ਮੁਹਿੰਮ ਦੇ ਵਿੱਚ ਦਾਖਲ ਹੋਈ ਸੀ।
ਕਿਊਬਿਕ ਲਿਬਰਲਸ ਅਤੇ ਪਾਰਟੀ ਕਿਊਬਿਕਵਾ ਤੋਂ ਬਾਅਦ CAQ ਪਹਿਲੀ ਪਾਰਟੀ ਹੈ ਜੋ 1956 ਤੋਂ ਬਾਅਦ ਲਗਾਤਾਰ ਦੂਸਰੀ ਵਾਰੀ ਸੱਤਾ ਦੇ ਵਿੱਚ ਆਈ ਹੋਵੇ। ਕਿਊਬਿਕ ਸਿਟੀ ਵਿੱਚ ਪਾਰਟੀ ਹੈੱਡਕੁਆਰਟਰ ਤੋਂ ਬੋਲਦਿਆਂ ਜੇਤੂ ਪ੍ਰੀਮੀਅਰ ਵੱਲੋਂ ਕਿਹਾ ਗਿਆ ਕਿ ਸਾਨੂੰ ਅੱਜ ਰਾਤ ਸਪਸ਼ਟ ਸੰਦੇਸ਼ ਪ੍ਰਾਪਤ ਹੋਇਆ ਹੈ। ਕਿਊਬਿਕ ਵਾਸੀਆਂ ਨੇ ਮਜ਼ਬੂਤ ਸੰਦੇਸ਼ ਦਿੱਤਾ ਹੈ। ਕਿਊਬਿਕ ਵਾਸੀਆਂ ਨੇ ਸਾਨੂੰ ਜਾਰੀ ਰੱਖਣ ਵਾਸਤੇ ਕਿਹਾ ਹੈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਨੇ 21 ਸੀਟਾਂ ਤੇ ਜਿੱਤ ਦਰਜ ਕੀਤੀ। ਸਾਲ 2018 ਦੇ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਲਿਬਰਲਸ ਦੀ ਹੁਣ ਵਿਰੋਧੀ ਧਿਰ ਬਣ ਸਕਣ ਦੀ ਸੰਭਾਵਨਾ ਹੈ। ਕਿਊਬਿਕ ਸੋਲੀਡੇਅਰ ਨੂੰ 11 ਸੀਟਾਂ ਮਿਲੀਆਂ। ਪਾਰਟੀ ਕਿਊਬਿਕਵਾ ਦੀ ਗਿਣਤੀ ਘਟੀ ਹੈ ਤੇ ਉਸ ਦੀ ਝੋਲੀ 3 ਸੀਟਾਂ ਹੀ ਰਹੀਆਂ। ਕਿਊਬਿਕ ਕੰਜ਼ਰਵੇਟਿਵ ਨੂੰ 1 ਸੀਟ ਵੀ ਪ੍ਰਾਪਤ ਨਹੀਂ ਹੋ ਸਕੀ। ਹਾਲਾਂਕਿ ਉਨ੍ਹਾਂ ਨੂੰ ਪਈਆਂ ਵੋਟਰ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ ਹੈ। ਹੁਣ ਜਿੱਤ ਦਰਜ ਕਰਵਾਉਣ ਤੋਂ ਬਾਅਦ ਪ੍ਰੀਮੀਅਰ ਕਹਿੰਦੇ ਨੇ ਕਿ ਜੇਤੂ ਹੋਣਾ ਬਹੁਤ ਹੈਰਾਨੀਜਨਕ ਨਹੀਂ ਹੈ ਕਿਉਂਕਿ ਬਹੁਤੇ ਚੋਣ ਸਰਵੇਖਣਾਂ ਨੇ ਹੀ ਸਾਨੂੰ ਜਿੱਤ ਦਰਜ ਕਰਵਾਈ ਸੀ। ਇਸ ਤੋਂ ਇਲਾਵਾ ਮਾਹਰਾਂ ਦਾ ਕਹਿਣਾ ਹੈ ਕਿ ਆਰਥਿਕਤਾ ਤੇ ਵਿੱਤ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਸੱਜੇ ਪੱਖ ਵੱਲ ਝੁਕਾਅ ਅਤੇ ਸਿੱਖਿਆ ਤੇ ਹੈਲਥ ਕੇਅਰ ਦੇ ਵਿਸ਼ੇ ਤੇ ਉਹਨਾਂ ਦੇ ਖੱਬੇ ਪੱਖੀ ਕਿਸਮ ਦੇ ਨਜ਼ਰੀਏ ਨੇ ਉਹਨਾਂ ਨੂੰ ਸਫਲਤਾ ਦੇ ਵਿੱਚ ਮਦਦ ਕੀਤੀ ਹੈ। When I say that Quebecers form a great nation, I mean all Quebecers from all regions, of all ages, of all origins. I'm going to be the premier of all Quebecers. ਵਾਹਨ ਹਾਦਸੇ ਦਾ ਸ਼ਿਕਾਰ ਹੋਇਆ ਜਿੱਥੇ ਡਰਾਈਵਰ ਨੂੰ ਇਸ ਦੌਰਾਨ ਸੱਟਾਂ ਆਈਆਂ ਨੇ। ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ। ਉਹਨਾਂ ਵੱਲੋਂ ਅਜੇ ਪੀੜਤ ਦੀ ਪਹਿਚਾਣ ਜਦ ਤੱਕ ਨਹੀਂ ਕੀਤੀ ਗਈ। ਕਲੇਟਨ ਦੇ ਵਿੱਚ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਦੇ ਉੱਪਰ ਇਹ ਘਟਨਾ ਵਾਪਰੀ ਉਸ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ। ਕਲੇਟਨ ਦੇ ਇਸ ਹਾਦਸੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 80th ਐਵੀਨਿਊ ਨੂੰ ਬੰਦ ਰੱਖਿਆ ਗਿਆ। ਇਸ ਦੌਰਾਨ ਇੱਕ ਵੈਨ ਜੋ ਜਾ ਰਹੀ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਵੈਨ ਨੂੰ ਚਲਾਉਣ ਵਾਲਾ ਡਰਾਈਵਰ ਜ਼ਖਮੀ ਹੋ ਗਿਆ ਜਿਸ ਦੇ ਗਲ ਦੇ ਵਿੱਚ ਸੱਟਾਂ ਆਈਆਂ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਸ ਸਮੇਂ ਉਸ ਦਾ ਇਲਾਜ ਚੱਲ ਰਿਹਾ ਹੈ। ਇੱਥੇ ਇਹ ਘਟਨਾ ਕਿਵੇਂ ਵਾਪਰੀ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨ ਅਜੇ ਸਪਸ਼ਟ ਨਹੀਂ ਹੋ ਸਕੇ। ਆਫੀਸਰਸ ਵੱਲੋਂ ਦੱਸਿਆ ਗਿਆ ਕਿ ਇਹ ਹਾਦਸਾ 8:30 ਦੇ ਕਰੀਬ ਵਾਪਰਿਆ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਪੀੜਤ ਦੀ ਪਹਿਚਾਣ ਅਜੇ ਉਹਨਾਂ ਵੱਲੋਂ ਜਨਤਕ ਨਹੀਂ ਕੀਤੀ ਗਈ। ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਕੋਈ ਡੈਸ਼ ਕੈਮ ਫੁਟੇਜ ਹੋਵੇ ਤਾਂ 6045990502 ਦੇ ਉੱਪਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵਾਹਨ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੋਟਰਸਾਈਕਲ ਟੀਨੇਜਰ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਕਿ ਇਸ ਦੌਰਾਨ ਜ਼ਖਮੀ ਦੱਸਿਆ ਗਿਆ। ਵਾਹਨ ਨੂੰ ਚਲਾਉਣ ਵਾਲੀ ਡਰਾਈਵਰ ਔਰਤ ਜਿਸ ਦੀ ਉਮਰ ਦੇ ਬਾਰੇ ਤਾਂ ਦੱਸਿਆ ਗਿਆ ਪਰ ਉਸ ਦੀ ਪਹਿਚਾਣ ਅਜੇ ਸਾਂਝੀ ਨਹੀਂ ਕੀਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਕਸਬ੍ਰਿਜ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ 16 ਸਾਲ ਦੀ ਮੋਟਰਸਾਈਕਲਿਸਟ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਹੁਣ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੌਰਾਨ ਪੁਲਿਸ ਵੱਲੋਂ ਦੱਸਿਆ ਗਿਆ ਕਿ ਮਾਮਲਾ 1 ਵਜੇ ਦੇ ਕਰੀਬ ਡੇਵਿਸ ਡਰਾਈਵ ਅਤੇ ਆਕਸਬ੍ਰਿਜ ਕੰਸੈਸ਼ਨ ਰੋਡ 6 ਦੇ ਨੇੜਿਓਂ ਸਾਹਮਣੇ ਆਇਆ ਜਿੱਥੇ ਮੋਟਰਸਾਈਕਲ ਅਤੇ ਵਾਹਨ ਹਾਦਸੇ ਦਾ ਸ਼ਿਕਾਰ ਹੋਏ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਟੀਨੇਜਰ ਵੱਲੋਂ ਮੋਟਰਸਾਈਕਲ ਚਲਾਇਆ ਜਾ ਰਿਹਾ ਸੀ। ਹਾਦਸੇ ਵਿੱਚ ਉਸ ਨੂੰ ਜ਼ਖਮੀ ਪਾਇਆ ਗਿਆ। ਫਿਰ ਗੰਭੀਰ ਹਾਲਤ ਦੇ ਚੱਲਦੇ ਉਸ ਨੂੰ ਤੁਰੰਤ ਲੋਕਲ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਉਸ ਦੀ ਜਾਨ ਨਹੀਂ ਬਚ ਸਕੀ ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਵਾਹਨ ਔਰਤ ਵੱਲੋਂ ਚਲਾਇਆ ਗਿਆ ਸੀ ਜਿਸ ਦੀ ਉਮਰ 40 ਸਾਲ ਦੇ ਕਰੀਬ ਹੈ। ਇਹ ਔਰਤ ਹਾਦਸੇ ਦੇ ਵਿੱਚ ਜ਼ਖਮੀ ਨਹੀਂ ਹੋਈ ਤੇ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ। ਪੀੜਤ ਦਾ ਨਾਮ ਅਜੇ ਉਹਨਾਂ ਵੱਲੋਂ ਜਨਤਕ ਨਹੀਂ ਕੀਤਾ ਗਿਆ। ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ 9055791520 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 180022284777 ਦੇ ਉੱਪਰ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਹਾਦਸੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਜਾਰੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਮੌਂਕੀਪੌਕਸ ਵਾਇਰਸ ਦਾ ਫੈਲਾਅ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੋ ਰਿਹਾ ਹੈ। ਕੈਨੇਡਾ ਵਿੱਚ ਇਸ ਸੰਬੰਧੀ ਵੈਕਸੀਨ ਵੀ ਲਗਾਈ ਜਾ ਰਹੀ ਹੈ। ਤਾਜ਼ਾ ਅਪਡੇਟ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਦੂਸਰੀ ਡੋਜ਼ ਦੇ ਵਾਸਤੇ ਅਪਾਇੰਟਮੈਂਟ ਸ਼ੁਰੂ ਹੋ ਚੁੱਕੀ ਹੈ। ਜਿਨ੍ਹਾਂ ਵੱਲੋਂ 28 ਦਿਨ ਪਹਿਲਾਂ ਮੌਂਕੀਪੌਕਸ ਦੇ ਟੀਕੇ ਦੀ ਪਹਿਲੀ ਡੋਜ਼ ਹਾਸਲ ਕੀਤੀ ਗਈ ਸੀ ਉਹ ਹੁਣ ਦੂਸਰੀ ਡੋਜ਼ ਵਾਸਤੇ ਅਪਾਇੰਟਮੈਂਟ ਲੈ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਮੌਂਕੀਪੌਕਸ ਵਾਇਰਸ ਦੇ ਟੀਕੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੌਂਕੀਪੌਕਸ ਵੈਕਸੀਨ ਉਪਲਬਧ ਹੋਣਗੀਆਂ। ਇਸ ਜ਼ਿਕਰ ਉਹਨਾਂ ਵੱਲੋਂ ਦੂਸਰੀ ਡੋਜ਼ ਦੇ ਬਾਰੇ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਹੁਣ ਇਸ ਬਾਰੇ ਸਾਰੀ ਡਿਟੇਲ ਸਾਂਝੀ ਕੀਤੀ ਗਈ ਹੈ।
ਇਸ ਬਾਰੇ ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਵੱਲੋਂ 28 ਦਿਨ ਪਹਿਲਾਂ ਮੌਂਕੀਪੌਕਸ ਵਾਇਰਸ ਵਾਸਤੇ ਪਹਿਲੀ ਡੋਜ਼ ਹਾਸਲ ਕੀਤੀ ਗਈ ਸੀ ਉਹ ਦੂਸਰੀ ਵਾਸਤੇ ਅਪਾਇੰਟਮੈਂਟ ਲੈ ਸਕਦੇ ਹਨ। ਹੈਲਥ ਕੈਨੇਡਾ ਵੱਲੋਂ 2 ਡੋਜ਼ ਮੌਂਕੀਪੌਕਸ ਵਾਇਰਸ ਦੇ ਖਿਲਾਫ ਮਨਜ਼ੂਰ ਕੀਤੀਆਂ ਗਈਆਂ। ਹੁਣ ਤੱਕ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 19,000 ਡੋਜ਼ਸ ਲਗਾਈਆਂ ਜਾ ਚੁੱਕੀਆਂ ਨੇ। ਇਸ ਤੋਂ ਇਲਾਵਾ ਹੈਲਥ ਅਥਾਰਟੀ ਵੱਲੋਂ ਕਿਹਾ ਗਿਆ ਕਿ ਇੱਥੇ ਜਿਨ੍ਹਾਂ ਵੱਲੋਂ ਪਹਿਲੀ ਡੋਜ਼ ਵੀ ਹਾਸਿਲ ਨਹੀਂ ਕੀਤੀ ਗਈ ਉਹ ਅੱਗੇ ਆਉਣ ਅਤੇ ਇਸ ਟੀਕੇ ਨੂੰ ਜ਼ਰੂਰ ਲਗਵਾਉਣ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਵੀ ਹੁਣ ਤੱਕ ਮੌਂਕੀਪੌਕਸ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਬਾਰੇ ਹੈਲਥ ਕੈਨੇਡਾ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਕੈਨੇਡਾ ਦੇ ਵਿੱਚ ਇਸ ਵਾਸਤੇ ਟੀਕਾ ਉਪਲਬਧ ਹੈ ਤੇ ਲੋਕ ਅੱਗੇ ਆ ਕੇ ਜ਼ਰੂਰ ਇਹ ਟੀਕਾ ਹਾਸਲ ਕਰਨ। ਕੁਝ ਸਮਾਂ ਪਹਿਲਾਂ ਇੱਕ ਸਕੂਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਵਿਦਿਆਰਥੀ ਦੇ ਉੱਪਰ ਹਮਲਾ ਕੀਤਾ ਗਿਆ, ਜਿਨ੍ਹਾਂ ਵੱਲੋਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ। ਉਹ 6 ਜਾਣੇ ਕਿ ਟੀਨੇਜਰਸ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਉੱਪਰ ਪੁਲਿਸ ਵੱਲੋਂ ਚਾਰजेस ਲਗਾਏ ਗਏ। ਇਹ ਮਾਮਲਾ ਇਸਲਾਮੋਫੋਬੀਆ ਦੇ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਹੈ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਈ ਸਕੂਲ ਦੇ ਵਿੱਚ ਹਮਲਾ ਹੋਇਆ। 6 ਨੌਜਵਾਨਾਂ ਦੇ ਉੱਪਰ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਦੋਸ਼ ਲਗਾਏ ਗਏ ਹਨ। ਆਟਵਾ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਇੱਕ ਸੀਰੀਅਨ ਅਨਾਥ ਬੱਚੇ ਉੱਪਰ ਸਕੂਲ ਦੇ ਬਾਹਰ ਹਮਲਾ ਕੀਤਾ ਗਿਆ, ਜਿਸ ਮਾਮਲੇ ਵਿੱਚ ਉਹਨਾਂ ਨੇ 6 ਨੌਜਵਾਨਾਂ ਤੇ ਕਈ ਤਰ੍ਹਾਂ ਦੇ ਚਾਰजेस ਲਗਾਏ ਨੇ। ਸਥਾਨਕ ਪੁਲਿਸ ਗਰੁੱਪ ਦਾ ਕਹਿਣਾ ਸੀ ਕਿ ਇਹ ਹਮਲਾ ਇਸਲਾਮੋਫੋਬੀਆ ਭਾਵ ਕਿ ਮੁਸਲਮਾਨਾਂ ਪ੍ਰਤੀ ਨਫ਼ਰਤ ਦੇ ਡਰ ਦਾ ਨਤੀਜਾ ਸੀ। ਪੁਲਿਸ ਵੱਲੋਂ ਇਸ ਦੀ ਜਾਣਕਾਰੀ ਨਿਊਜ਼ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦੇ ਵਿੱਚ ਸੰਗੀਨ ਅਪਰਾਧ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵੀ ਸ਼ਾਮਿਲ ਹੈ। ਪੁਲਿਸ ਮੁਤਾਬਕ 8 ਸਤੰਬਰ ਨੂੰ ਆਟਵਾ ਦੇ ਹਾਈ ਸਕੂਲ ਦੇ ਨਜ਼ਦੀਕ ਹਮਲਾ ਹੋਇਆ। ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ, ਜਿਸ ਵਿੱਚ ਇੱਕ ਹਾਈ ਸਕੂਲ ਦੇ ਵਿਦਿਆਰਥੀ ਨਾਲ ਕਈ ਟੀਨੇਜਰ ਧੱਕਾ ਮੁੱਕੀ ਕਰਦੇ ਦਿਖਾਈ ਦਿੱਤੇ। ਘਟਨਾ ਤੋਂ ਬਾਅਦ ਇੱਕ ਪਟੀਸ਼ਨ ਵੀ ਸ਼ੁਰੂ ਹੋਈ। ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਹਮਲਾ ਨਫ਼ਰਤੀ ਹਮਲਾ ਹੈ ਤੇ ਨਸਲੀ ਕਾਰਨਾਂ ਕਰਕੇ ਵਾਪਰਿਆ। ਇਸ ਘਟਨਾ ਦੀ ਜਾਂਚ ਦੇ ਵਿੱਚ ਪੁਲਿਸ ਵੱਲੋਂ ਸਕੂਲ ਬੋਰਡ ਨੂੰ ਸ਼ਾਮਲ ਕੀਤਾ ਗਿਆ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ, ਆਟਵਾ ਯੂਥ ਮੁਸਲਿਮ ਐਸੋਸੀਏਸ਼ਨ ਤੇ ਯੂਨਾਈਟਿਡ ਮੁਸਲਿਮ ਆਰਗੇਨਾਈਜੇਸ਼ਨ ਆਫ ਆਟਵਾ ਵੱਲੋਂ ਸੋਮਵਾਰ ਰਾਤ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਹ ਇਸ ਘਟਨਾ ਤੋਂ ਬਾਅਦ 15 ਸਾਲ ਦੀ ਸੀਰੀਅਨ ਕੈਨੇਡੀਅਨ ਬੱਚੇ ਦੀ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਸਕੂਲ ਬੋਰਡ ਵੱਲੋਂ ਅੰਦਰੂਨੀ ਜਾਂਚ ਜਾਰੀ ਰੱਖੀ ਗਈ ਹੈ। ਸਕੂਲ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀ ਦੇ ਉੱਪਰ ਜੋ ਹਮਲਾ ਹੋਇਆ, ਇਸ ਸੰਬੰਧ ਦੇ ਵਿੱਚ ਉਹਨਾਂ ਨੇ ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਵੱਲੋਂ ਇੱਕ ਖਾਸ ਮੰਗ ਵੀ ਕੀਤੀ ਗਈ। ਗੋਲੀਬਾਰੀ ਦੇ ਮਾਮਲੇ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ 2 ਜਣੇ ਜ਼ਖਮੀ ਹੋਏ ਸਨ, ਇੱਕ ਦੀ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਇਹ ਘਟਨਾ ਸਾਹਮਣੇ ਆਈ, ਜਿਸ ਬਾਰੇ ਪੁਲਿਸ ਵੱਲੋਂ ਤਾਜ਼ਾ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਸਸਪੈਕਟ ਖਿਲਾਫ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ। ਮਿਮੇਕੋ ਤੋਂ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਬਾਰੇ ਪੁਲਿਸ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਗੋਲੀਬਾਰੀ ਦੀ ਇਸ ਘਟਨਾ ਦੇ ਨਾਲ ਜੁੜੇ ਹੋਏ ਵਿਅਕਤੀ ਨੂੰ ਉਹਨਾਂ ਵੱਲੋਂ ਚਾਰਜ ਕੀਤਾ ਗਿਆ। ਟੋਰਾਂਟੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਗੋਲੀਆਂ ਚੱਲਣ ਦੀ ਇੱਕ ਵਾਰਦਾਤ ਸਾਹਮਣੇ ਆਈ, ਜਿਸ ਵਿੱਚ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਇੱਥੇ ਸਤੰਬਰ 15 ਵਾਲੇ ਦਿਨ ਅਧਿਕਾਰੀਆਂ ਨੂੰ ਮਿਮੇਕੋ ਵਾਟਰਫਰੰਟ ਪਾਰਕ ਦੇ ਨੇੜੇ ਬੁਲਾਇਆ ਗਿਆ, ਜਿੱਥੇ 8:30 ਦੇ ਕਰੀਬ ਰਾਤ ਵੇਲੇ ਗੋਲੀਆਂ ਚੱਲੀਆਂ। ਜਿਸ ਦੌਰਾਨ ਪੁਲਿਸ ਅਧਿਕਾਰੀ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ 2 ਜਾਣਿਆਂ ਨੂੰ ਸੱਟਾਂ ਲੱਗੀਆਂ ਸਨ। ਇਹਨਾਂ ਨੂੰ CPR ਦੇਣ ਦੀ ਕੋਸ਼ਿਸ਼ ਕੀਤੀ ਗਈ। ਦੋਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਇੱਕ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿਸ ਦੀ ਮੌਤ ਹੋਈ, ਉਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕਰ ਦਿੱਤੀ ਗਈ। ਹੁਣ ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ 4168087400 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162222877 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਮਾਮਲੇ ਸੰਬੰਧੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਰਾਹਗੀਰ ਨਾਲ ਇੱਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਪੁਲਿਸ ਵੱਲੋਂ ਕੁਝ ਸਮੇਂ ਲਈ ਬੰਦ ਰੱਖਿਆ ਗਿਆ। ਫਿਲਹਾਲ ਰਾਹਗੀਰ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ। ਪੈਸੀਫਿਕਾ ਦੇ ਹਾਈਵੇ 35 ਦੇ ਉੱਪਰ ਹਾਦਸਾ ਵਾਪਰਿਆ, ਜਿੱਥੇ ਰਾਹਗੀਰ ਹਾਦਸੇ ਦਾ ਸ਼ਿਕਾਰ ਹੋਇਆ। ਅਧਿਕਾਰੀਆਂ ਵੱਲੋਂ ਹੁਣ ਇਸ ਹਾਦਸੇ ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ। ਇਸ ਮਾਮਲੇ ਦੇ ਸੰਬੰਧ ਦੇ ਵਿੱਚ ਪੈਸੀਫਿਕਾ ਪੁਲਿਸ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਵੱਲੋਂ ਦੱਸਿਆ ਗਿਆ ਕਿ ਦੋਹਾਂ ਹੀ ਡਾਇਰੈਕਸ਼ਨਸ ਦੇ ਉੱਪਰ ਕੁਝ ਸਮੇਂ ਲਈ ਟ੍ਰੈਫਿਕ ਪ੍ਰਭਾਵਿਤ ਹੋਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਰਸਤੇ ਆਉਣ ਵਾਲਿਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਕਿਸੇ ਹੋਰ ਰਸਤੇ ਨੂੰ ਚੁਣ ਲੈਣ ਤੇ ਇਸ ਖੇਤਰ ਵਿੱਚ ਆਉਣ ਤੋਂ ਪਰਹੇਜ਼ ਕਰਨ। ਇਸ ਹਾਦਸੇ ਦੇ ਵਿੱਚ ਜਿਸ ਰਾਹਗੀਰ ਨੂੰ ਸ਼ਾਮਿਲ ਪਾਇਆ ਗਿਆ ਹੈ ਉਸ ਦੀ ਪਹਿਚਾਣ ਅਜੇ ਤੱਕ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਨਹੀਂ ਕੀਤੀ ਗਈ। ਪੁਲਿਸ ਵੱਲੋਂ ਟਵਿੱਟਰ ਦੇ ਉੱਪਰ ਵੀ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਇੱਥੇ ਹਾਦਸਾ ਕਿਵੇਂ ਵਾਪਰਿਆ ਇਸ ਦੇ ਕਾਰਨ ਵੀ ਸਾਂਝੇ ਨਹੀਂ ਕੀਤੇ ਗਏ। ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਪੁਲਿਸ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਸੀਰੀਅਲ ਕਿਲਰ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਵੱਲੋਂ ਵੱਖ-ਵੱਖ ਕਤਲ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ ਗਿਆ। ਪਿਛਲੇ ਦਿਨੀ ਪੁਲਿਸ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਸੀ ਕਿ 5 ਕਤਲ ਦੇ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਨਾਲ ਇੱਕ ਸਸਪੈਕਟ ਜੁੜਿਆ ਹੋਇਆ ਹੈ। ਇਨਾਮ ਰੱਖਿਆ ਗਿਆ ਹੈ ਪੁਲਿਸ ਵੱਲੋਂ, ਜੇਕਰ ਕੋਈ ਵੀ ਇਸ ਕਿਲਰ ਦੀ ਸੂਚਨਾ ਦਿੰਦਾ ਹੈ ਤੇ ਉਸ ਨੂੰ ਰਿਵਾਰਡ ਦਿੱਤਾ ਜਾਵੇਗਾ। ਕੈਲੀਫੋਰਨੀਆ ਦੇ ਵਿੱਚ ਜੋ 5 ਕਤਲ ਦੇ ਮਾਮਲੇ ਸਾਹਮਣੇ ਆਏ, ਇਸ ਸੰਬੰਧੀ ਅਥਾਰਟੀਜ਼ ਵੱਲੋਂ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਮਾਮਲਿਆਂ ਨੂੰ ਅੰਜਾਮ ਸੀਰੀਅਲ ਕਿਲਰ ਵੱਲੋਂ ਦਿੱਤਾ ਗਿਆ। ਸਟਾਕਟਨ ਤੋਂ ਜੋ ਕਤਲ ਦੇ ਮਾਮਲੇ ਸਾਹਮਣੇ ਆਏ ਨੇ, ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ 2 ਹੋਰ ਵੀ ਅਟੈਕ ਜੁੜ ਚੁੱਕੇ ਨੇ। ਇੱਥੇ 5 ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ 8 ਜੁਲਾਈ ਤੋਂ 27 ਸਤੰਬਰ ਦੇ ਵਿਚਕਾਰ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਲੋਕਾਂ ਅੰਦਰ ਡਰ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਲਗਾਤਾਰ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਵੱਲੋਂ ਇਹਨਾਂ ਸਾਰੇ ਹਮਲੇ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ ਗਿਆ। ਸਟਾਕਟਨ ਪੁਲਿਸ ਡਿਪਾਰਟਮੈਂਟ ਇਸ ਬਾਰੇ ਲਗਾਤਾਰ ਅਪਡੇਟ ਜਾਰੀ ਕਰ ਰਹੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ 2 ਹੋਰ ਵੀ ਤਾਜ਼ਾ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਵਿੱਚੋਂ ਇੱਕ ਨਾਲ ਜੁੜਿਆ ਹੋਇਆ ਪੀੜਤ ਸਰਵਾਈਵ ਕਰ ਚੁੱਕਿਆ। ਇਹ ਇੱਕ ਔਰਤ ਦੱਸੀ ਗਈ ਜਿਸ ਨੂੰ ਸੱਟਾਂ ਆਈਆਂ ਨੇ ਤੇ ਪੁਲਿਸ ਵਿਭਾਗ ਵੱਲੋਂ ਇਸ ਬਾਰੇ ਫੇਸਬੁੱਕ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਲ ਦੇ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਜੇਕਰ ਕੋਈ ਵੀ ਜਾਣਕਾਰੀ ਦਿੰਦਾ ਹੈ ਤੇ ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ। ਇਸ ਵਾਸਤੇ ਉਹਨਾਂ ਵੱਲੋਂ $95,000 ਦਾ ਇਨਾਮ ਰੱਖਿਆ ਗਿਆ। ਫਿਲਹਾਲ ਪੀੜਤਾਂ ਦੇ ਨਾਮ ਪੁਲਿਸ ਵੱਲੋਂ ਅਜੇ ਤੱਕ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ। ਉਹ ਕਹਿੰਦੇ ਨੇ ਕਿ ਹੁਣ ਅਗਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਇੱਕ ਵਾਰ ਫਿਰ ਤੋਂ ਉਹ ਲੜਨਗੇ। ਇਸ ਤੋਂ ਇਲਾਵਾ ਇੱਕ ਰਾਹਤ ਦਾ ਵੀ ਐਲਾਨ ਬਾਈਡਨ ਵੱਲੋਂ ਕੀਤਾ ਗਿਆ। 2024 ਦੀਆਂ ਰਾਸ਼ਟਰਪਤੀ ਚੋਣਾਂ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਬਾਈਡਨ ਕਹਿੰਦੇ ਨੇ ਕਿ ਉਹਨਾਂ ਵੱਲੋਂ 2024 ਦੀਆਂ ਚੋਣਾਂ ਲੜੀਆਂ ਜਾਣਗੀਆਂ ਤੇ ਉਹ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਦਾਅਵੇਦਾਰ ਹੋਣਗੇ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਮੈਂ ਇੱਕ ਵਾਰ ਫਿਰ ਤੋਂ ਅਜਿਹਾ ਕਰਾਂਗਾ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਜੇਕਰ ਉਹ ਦੁਬਾਰਾ ਚੋਣਾਂ ਜਿੱਤਦੇ ਨੇ ਤਾਂ ਉਹਨਾਂ ਵੱਲੋਂ ਕਈ ਵੱਡੇ ਬਦਲਾਵ ਕੀਤੇ ਜਾਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਸ਼ਟਰਪਤੀ ਬਾਈਡਨ ਵੱਲੋਂ ਇੱਕ ਵੱਡਾ ਰਾਹਤ ਦਾ ਵੀ ਐਲਾਨ ਕੀਤਾ ਗਿਆ ਹੈ। ਪੋਰਟੋ ਰੀਕੋ ਦੇ ਵਿੱਚ ਜੋ ਹੁਰੀਕੇਨ ਫਿਓਨਾ ਵੱਲੋਂ ਤਬਾਹੀ ਮਚਾਈ ਗਈ, ਉਸ ਤੋਂ ਬਾਅਦ ਬਾਈਡਨ ਵੱਲੋਂ $60 ਮਿਲੀਅਨ ਦਾ ਐਲਾਨ ਕੀਤਾ ਗਿਆ। Through these disasters, so many people have been displaced from their homes, lost their jobs and savings, or suffered injuries, often unseen, but many times seen. Yet somehow, the people of Puerto Rico keep getting back up with resilience and determination. Quite frankly, it's pretty extraordinary when you look at it from afar. And you deserve every bit of help your country can give you. That's what I'm determined to do, and that's what I promise you. After Maria, Congress approved billions of dollars for Puerto Rico, much of it not having gotten here initially. We're going to make sure you get every single dollar promised. And I'm determined to help Puerto Rico build faster than in the past and stronger and better prepared for the future. And that's why I approved emergency declarations of Puerto Rico before the hurricane. Governor, remember my call on you before the hurricane made landfall to deliver immediate federal funding to shelter people and provide essential support. Just a few days later, I approved an expedited major disaster declaration. That means federal government will cover 100% of the cost to clear debris and carry out search and rescue and continue to shelter people. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੀਆਰ ਵਿੱਚ ਕੀਤੇ ਵੱਡੇ ਬਦਲਾਵ ਜਾਣੋ ਕਿਸ ਨੂੰ ਮਿਲੇਗਾ ਇਸ ਨਾਲ ਫਾਇਦਾ। ਘਰਾਂ ਦੀ ਸੇਲ ਹੋਈ ਘੱਟ, 46% ਦੀ ਕਮੀ ਕੀਤੀ ਗਈ ਦਰਜ। ਯੂਕੇ 'ਚ ਫਿਰ ਫੈਲਿਆ ਕਰੋਨਾ, ਕੈਨੇਡਾ ਵਾਸਤੇ ਖਤਰੇ ਦੀ ਘੰਟੀ। ਟਰੂਡੋ ਨੇ ਕੀਤਾ $300 ਮਿਲੀਅਨ ਦਾ ਐਲਾਨ, ਹੁਰੀਕੇਨ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਮਦਦ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।